तुमरी शरण तुम्हारी आसा, तुम ही सज्जन सुहेले। राखो राखनहार दयाला, नानक करके गोले। राखो राखनहार दयाला, नानक करके गोले। जगत गुरु धन 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਜਪਜੀ ਸਾਹਿਬ ਦੀ ਪਾਵਨ ਵਿਚਾਰ ਨਾਲ ਅਸੀਂ ਸਾਂਝ ਪਾ ਰਹੇ ਹਾਂ। ਅੱਜ 35ਵੀਂ ਪੌੜੀ ਤੋਂ ਵਿਚਾਰ ਆਰੰਭ ਹੋਣ ਜਾ ਰਹੀ ਹੈ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬਹੁਤ ਹੀ ਪਿਆਰ ਸਹਿਤ ਅਰਸਪਿੰਨੀ ਆਵਾਜ਼ ਵਿੱਚ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਗਤ ਨੂੰ ਸਚਿਆਰ ਬਣਨ ਦੀ ਪ੍ਰੇਰਨਾ ਦਿੱਤੀ ਤੇ ਸਚਿਆਰ ਬਣਨ ਦਾ ਇੱਕੋ ਇੱਕ ਤਰੀਕਾ ਹੈ ਹੁਕਮ ਰਜ਼ਾਈ ਚੱਲਣਾ। ਜਿਹੜਾ ਉਹਦੇ ਨਿਯਮਾਂ ਅਨੁਸਾਰ ਜ਼ਿੰਦਗੀ ਬਤੀਤ ਕਰਦਾ ਹੈ, ਰੱਬੀ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਸਚਿਆਰ ਬਣ ਜਾਂਦਾ ਹੈ। ਇਸੇ ਤਹਿਤ ਗੁਰੂ ਨਾਨਕ ਸਾਹਿਬ ਜੀ ਨੇ ਅੱਜ 5 ਖੰਡਾਂ ਦੀ ਵਿਚਾਰ ਸਾਡੇ ਝੋਲੀ 'ਚ ਰੱਖੀ, ਜਿਹਦੇ ਵਿੱਚੋਂ ਪਹਿਲਾ ਖੰਡ ਪਹਿਲੀ ਅਵਸਥਾ ਧਰਮ ਦੀ ਹੈ, ਜਿਹਦੀ ਵਿਚਾਰ ਅਸੀਂ ਪਿਛਲੀ ਪੌੜੀ ਵਿੱਚ ਕਰ ਚੁੱਕੇ ਹਾਂ ਕਿ ਜੇ ਮਨੁੱਖ ਧਰਮ ਤੋਂ ਸ਼ੁਰੂਆਤ ਕਰੇ ਤੇ 5 ਅਵਸਥਾਵਾਂ ਵਿੱਚ ਇੱਕ ਦਿਨ ਸੱਚ ਦੀ ਅਵਸਥਾ ਤੇ ਪਹੁੰਚ ਜਾਏਗਾ, ਫਿਰ ਉਹ ਸਚਿਆਰ ਹੋ ਜਾਏਗਾ। ਗੁਰੂ ਨਾਨਕ ਸਾਹਿਬ ਅੱਜ ਸਾਡੇ ਜੀਵਾਂ ਤੇ ਮਹਿਰਾਮਤ ਕਰ ਰਹੇ ਹਨ। ਧਰਮ ਖੰਡ ਕਾ ਇਹੋ ਧਰਮ, ਖੰਡ ਮੈਨੇ ਅਵਸਥਾ, ਧਰਮ ਦੀ ਅਵਸਥਾ ਦਾ ਆਹੀ ਧਰਮ ਹੈ, ਭਾਵ ਇਸ ਫਰਜ਼ ਨੂੰ ਮਨੁੱਖ ਪੂਰੀਆਂ ਕਰ ਲਵੇ। ਉਹ ਧਰਮ ਕਿਹੜਾ ਹੈ? ਸੱਚ ਨੂੰ ਆਧਾਰ ਬਣਾ ਕੇ ਆਪਣੇ ਫਰਜ਼ਾਂ ਦੀ ਪੂਰਤੀ ਕਰੇ। ਸਭ ਤੋਂ ਪਹਿਲਾਂ ਆਪਣੇ ਸਰੀਰ ਪ੍ਰਤੀ ਉਹਦੇ ਕੀ ਫਰਜ਼ ਨੇ, ਆਪਣੀ ਬੁੱਧੀ ਦੇ ਪ੍ਰਤੀ, ਮਨ ਦੇ ਪ੍ਰਤੀ, ਆਤਮਾ ਪ੍ਰਤੀ ਕੀ ਫਰਜ਼ ਨੇ, ਫਿਰ ਪਰਿਵਾਰ ਦੇ ਪ੍ਰਤੀ ਕੀ ਫਰਜ਼ ਨੇ, ਆਂਢ ਗੁਆਂਢ ਦੇ ਪ੍ਰਤੀ ਕੀ ਫਰਜ਼ ਨੇ। ਇਹਦੇ ਤੋਂ ਇਲਾਵਾ ਪਸ਼ੂ ਪੰਛੀ, ਪੇੜ ਪੌਦੇ, ਬਨਸਪਤੀ, ਅੱਗ ਹਵਾ ਪਾਣੀ, ਧਰਤੀ, ਸੂਰਜ ਚੰਦਰਮਾ ਤਾਰੇ, ਇਸ ਪੂਰੇ ਕੁਦਰਤ ਦੇ ਪ੍ਰਤੀ ਸਾਡੇ ਕੀ ਫਰਜ਼ ਨੇ। ਸੱਚ ਨੂੰ ਆਧਾਰ ਬਣਾ ਕੇ ਜਦੋਂ ਕਿ ਉਹਨਾਂ ਫਰਜ਼ਾਂ ਨੂੰ ਪੂਰੀਆਂ ਕਰਦਾ ਹੈ, ਫਿਰ ਉਹ ਅਸਲੀ ਅਰਥਾਂ 'ਚ ਧਰਮੀ ਹੋ ਜਾਂਦਾ ਹੈ। ਏਕੋ ਧਰਮ ਦ੍ਰਿੜ੍ਹ ਸੱਚ ਕੋਈ ਜ਼ਿੰਦਗੀ 'ਚ ਸੱਚ ਨੂੰ ਦ੍ਰਿੜ੍ਹ ਕਰ ਲਵੇ, ਸੱਚ ਨੂੰ ਦ੍ਰਿੜ੍ਹ ਕਰਕੇ ਆਪਣੇ ਫਰਜ਼ ਪੂਰੇ ਕਰੇ, ਉਹ ਅਸਲ ਵਿੱਚ ਧਰਮੀ ਹੋ ਜਾਂਦਾ ਹੈ। ਆਹੀ ਇੱਕ ਧਰਮ ਪੂਰੀ ਮਨੁੱਖਤਾ ਦੇ ਲਈ ਪ੍ਰਮਾਣ ਹੈ। ਧਰਮ ਖੰਡ ਕਾ ਇਹੋ ਧਰਮ, ਭਾਵ ਧਰਮ ਦੀ ਅਵਸਥਾ ਦਾ ਆਹੀ ਇੱਕ ਫਰਜ਼ ਮਨੁੱਖ ਨਿਭਾ ਲਵੇ, ਸੱਚ ਦੇ ਆਧਾਰ ਤੇ ਆਪਣੀ ਜ਼ਿੰਦਗੀ ਨੂੰ ਬਤੀਤ ਕਰੇ, ਆਹੀ ਸਭ ਤੋਂ ਵੱਡਾ ਧਰਮ ਹੈ ਜਿਹੜਾ ਪਿਛਲੀ ਪੌੜੀ 'ਚ ਵਿਚਾਰਿਆ ਜਾ ਚੁੱਕਿਆ ਹੈ। ਗਿਆਨ ਖੰਡ ਕਾ ਆਖੋ ਕਰਮ, ਗਿਆਨ ਖੰਡ ਮੈਨੇ ਅਵਸਥਾ, ਗਿਆਨ ਦੀ ਅਵਸਥਾ ਦਾ ਹੁਣ ਵਿਚਾਰ ਕੇ ਦੇਖ ਲਓ ਕਿਹੜਾ ਕਰਮ ਹੋ ਸਕਦਾ ਹੈ। ਆਖੋ ਮੈਨੇ ਵਿਚਾਰੋ, ਭਾਵ ਵਿਚਾਰ ਕੇ ਦੇਖ ਲਓ। ਹੁਣ ਇਹਦੀ ਵਿਚਾਰ ਕਰ ਲਈਏ ਕਿ ਗਿਆਨ ਖੰਡ ਦਾ ਕਰਮ ਕਿਹੜਾ ਹੈ। ਗਿਆਨ ਦੀ ਬਹੁਤ ਜ਼ਰੂਰਤ ਹੈ। ਗਿਆਨ ਵਿਹੂਣਾ ਮਨੁੱਖ ਪਸ਼ੂ ਹੈ। ਪਸ਼ੂਆਂ ਕੋਲ ਗਿਆਨ ਨਹੀਂ, ਉਹ ਜੰਗਲ ਪਹਾੜਾਂ 'ਚ ਵਿਚਰਦੇ ਨੇ ਜਾਂ ਅਸੀਂ ਉਹਨਾਂ ਨੂੰ ਰੱਖਦੇ ਹਾਂ। ਜਦੋਂ ਮਨੁੱਖ ਕੋਲ ਗਿਆਨ ਨਹੀਂ ਸੀ, ਉਦੋਂ ਉਹ ਵੀ ਜੰਗਲਾਂ ਪਹਾੜਾਂ ਗੁਫਾਵਾਂ ਕੰਦਰਾਂ 'ਚ ਰਹਿੰਦਾ ਸੀ। ਜਦੋਂ ਉਹਨੂੰ ਗਿਆਨ ਹਾਸਲ ਹੋਇਆ, ਉਹਨਾਂ ਪਹਾੜਾਂ ਦੀਆਂ ਕੰਦਰਾਂ ਗੁਫਾਵਾਂ 'ਚੋਂ ਬਾਹਰ ਨਿਕਲ ਕੇ ਆਇਆ, ਉਹਨੇ ਸੱਭਿਅਤਾ ਬਣਾਈ, ਉਹਨੇ ਬਸਤੀ ਵਸਾਈ। ਗਿਆਨ ਨੇ ਉਹਨੂੰ ਪਸ਼ੂ ਜਗਤ ਤੋਂ ਉੱਚਾ ਚੁੱਕ ਦਿੱਤਾ। ਇਸੇ ਤਰ੍ਹਾਂ ਧਰਮ ਦੀ ਦੁਨੀਆ 'ਚ ਗਿਆਨ ਦੀ ਬਹੁਤ ਲੋੜ ਹੈ। ਕਿਸੇ ਦੇ ਨਿਰੇ ਕਈ ਕਹਾਏ ਲੱਗ ਜਾਣਾ ਬਿਨਾਂ ਗਿਆਨ ਤੋਂ, ਗੁਰੂ ਜੀ ਆਖਦੇ ਨੇ ਕਿ ਉਹ ਮਨੁੱਖ ਪ੍ਰਵਾਨ ਨਹੀਂ। ਗਿਆਨ ਦੀ ਇੰਨੀ ਲੋੜ ਹੈ ਕਿ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਚੇ ਦਾਨ। ਅਕਲ ਦੇ ਨਾਲ ਧਰਮ ਗ੍ਰੰਥ ਨੂੰ ਪੜ੍ਹ ਕੇ ਸਮਝੋ, ਬੁੱਝੋ। ਔਰ ਸਿੱਖ ਨੂੰ ਤੇ ਬੜਾ ਮਾਣ ਹੋਣਾ ਚਾਹੀਦਾ ਸੀ ਕਿ ਸਾਡੇ ਗੁਰੂ ਜੀ ਸਾਨੂੰ ਕੋਈ ਤਸਵੀਰ ਨਹੀਂ ਦੇ ਕੇ ਗਏ, ਕੋਈ ਆਪਣੀ ਮੂਰਤੀ ਨਹੀਂ ਬਣਾ ਕੇ ਦੇ ਕੇ ਗਏ। ਤਸਵੀਰ ਹੁੰਦੀ ਕੀ ਕਰਦੇ, ਸਿਰਫ ਦੇਖੀ ਜਾਂਦੇ। ਗੁਰੂ ਜੀ ਸਾਡੀ ਝੋਲੀ ਸ਼ਬਦ ਪਾ ਗਏ ਤੇ ਸ਼ਬਦ ਨੂੰ ਵਿਚਾਰਨ ਤੋਂ ਬਿਨਾਂ ਕੀ ਕਰੋਗੇ। ਸ਼ਬਦ ਨੂੰ ਤੇ ਵਿਚਾਰਨਾ ਪਏਗਾ। ਜਿਹੜਾ ਵਿਚਾਰੇਗਾ ਉਹ ਵਿਚਾਰਵਾਨ ਹੋ ਜਾਏਗਾ, ਗਿਆਨਵਾਨ ਹੋ ਜਾਏਗਾ। ਸਾਡਾ ਤੇ ਗੁਰੂ ਸ਼ਬਦ ਗੁਰੂ ਸੁਰਤ ਤੁਮ ਚੇਲਾ। ਸਾਡਾ ਤੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ, ਜਿਹਦੀ ਬਾਣੀ ਪੜ੍ਹ ਕੇ ਅਸੀਂ ਵਿਚਾਰਨੀ ਹੈ। ਸਾਡੇ ਤੇ ਗੁਰੂ ਦਾ ਨਾਂ ਹੀ ਵਿਵੇਕ। ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਵਿਵੇਕੋ। ਮੇਰਾ ਗੁਰੂ ਹੀ ਪਰਖ ਵਾਲੀ ਬੁੱਧੀ ਵਿਵੇਕ ਹੈ, ਜਿਹੜੀ ਮੈਨੂੰ ਸਮਝ ਦਿੰਦੀ ਹੈ, ਜਿਹੜਾ ਗੁਰੂ ਦਾ ਸ਼ਬਦ ਮੈਨੂੰ ਗਿਆਨ ਦਿੰਦਾ ਹੈ। ਗਿਆਨ ਬੜੀ ਤੇਜ਼ੀ ਨਾਲ ਵੱਧ ਰਿਹਾ ਸੰਸਾਰ ਵਿੱਚ। ਜਿੰਨਾ ਪਿਛਲੇ 150 ਸਾਲ ਵਿੱਚ ਗਿਆਨ ਵਧਿਆ,
ਉਨਾ ਗਿਆਨ ਪਿਛਲੇ 25 ਸਾਲਾਂ 'ਚ ਵੱਧ ਗਿਆ। ਇੰਨੀ ਸਪੀਡ ਹੈ ਗਿਆਨ ਦੀ ਇਸ ਧਰਤੀ ਤੇ ਕਿ ਜਿੰਨਾ ਗਿਆਨ ਪਿਛਲੇ 25 ਸਾਲਾਂ ਵਿੱਚ ਵਧਿਆ ਉਹ ਪਿਛਲੇ 5 ਸਾਲਾਂ ਵਿੱਚ ਵੱਧ ਗਿਆ। ਜਿੰਨਾ ਗਿਆਨ ਪਿਛਲੇ 5 ਸਾਲਾਂ 'ਚ ਵਧਿਆ ਸੀ ਉਨਾ 1 ਸਾਲ 'ਚ ਹੀ ਵੱਧ ਗਿਆ। ਕਦੀ ਮਨੁੱਖ ਦੇ ਕੋਲ 2 ਹੀ ਸਬਜੈਕਟਸ ਹੁੰਦੇ ਸਨ, ਮੈਥਮੈਟਿਕਸ ਤੇ ਫਿਲਾਸਫੀ, ਹਿਸਾਬ ਗਣਿਤ ਤੇ ਦਰਸ਼ਨ। ਜਿਵੇਂ ਜਿਵੇਂ ਗਿਆਨ ਦਾ ਵਿਕਾਸ ਹੋਇਆ ਹੋਰ ਸਬਜੈਕਟ ਆਉਂਦੇ ਰਹੇ। ਮੈਥਮੈਟਿਕਸ ਦੇ 1000 ਟੁਕੜੇ ਹੋ ਗਏ, ਜਿਓਮੈਟਰੀ ਅਲੱਗ ਹੋ ਗਈ, ਅਲਜਬਰਾ ਅਲੱਗ ਹੋ ਗਿਆ, ਹੋਰ ਅਲੱਗ ਹੋ ਗਏ। ਫਿਲਾਸਫੀ ਦੇ ਕਈ ਟੁਕੜੇ ਹੋ ਗਏ, ਕਿੰਨੇ ਸਬਜੈਕਟ ਬਣ ਗਏ। ਕੈਮਿਸਟਰੀ ਆ ਗਈ, ਆਰਗੈਨਿਕ ਕੈਮਿਸਟਰੀ ਆ ਗਈ, ਬਾਇਓਲੋਜੀ ਆ ਗਈ, ਫਿਜ਼ਿਕਸ ਆ ਗਈ, ਕਿਤੇ ਆਰਗੈਨਿਕ ਕੈਮਿਸਟਰੀ ਆ ਗਈ, ਕਿਤੇ ਇਨਆਰਗੈਨਿਕ ਕੈਮਿਸਟਰੀ ਆ ਗਈ। ਮੈਡੀਕਲ ਸਾਇੰਸ ਦੇ ਹਜ਼ਾਰਾਂ ਟੁਕੜੇ ਹੋ ਗਏ। ਮੈਡੀਕਲ ਸਾਇੰਸ ਦਾ ਇੰਨਾ ਜ਼ਿਆਦਾ ਸਪੈਸ਼ਲਾਈਜੇਸ਼ਨ ਹੋ ਗਿਆ ਕਿ ਜਿੰਨੇ ਸਰੀਰ ਦੇ ਅੰਗ ਉਹਨੇ ਡਾਕਟਰ। ਚਮੜੀ ਦਾ ਡਾਕਟਰ ਵੱਖਰਾ ਹੈ, ਦਿਲ ਦਾ ਡਾਕਟਰ ਵੱਖਰਾ ਹੈ, ਕੋਈ ਬੋਨ ਸਪੈਸ਼ਲਿਸਟ ਹੈ, ਕੋਈ ENT ਸਪੈਸ਼ਲਿਸਟ ਹੈ। ਹੁਣ ਤੇ ਵਿਅੰਗ ਬਣ ਗਿਆ ਕਿ ਅੱਜ ਤੋਂ 25 ਸਾਲ ਬਾਅਦ ਜੇ ਕੋਈ ਆਪਣੀ ਅੱਖ ਦਾ ਚੈੱਕਅਪ ਕਰਾਉਣ ਡਾਕਟਰ ਕੋਲ ਜਾਏ ਤੇ ਡਾਕਟਰ ਕਹੇਗਾ ਮੈਂ ਸੱਜੀ ਅੱਖ ਦਾ ਡਾਕਟਰ ਹਾਂ, ਤੂੰ ਖੱਬੀ ਕੋਲ ਜਾ। ਇੱਕ ਮਜ਼ਾਕ ਬਣ ਗਿਆ। ਕੇਵਲ ਅੰਗ ਨਹੀਂ, ਇੱਕ ਅੰਗ ਦੇ ਅੱਗੋਂ ਕਿੰਨੇ ਕਿੰਨੇ ਛੋਟੇ ਪਾਰਟ, ਉਹਨਾਂ ਦੇ ਵੱਖਰੇ ਡਾਕਟਰ, ਹਰ ਸੈੱਲ, ਹਰ ਟਿਸ਼ੂ ਦਾ ਡਾਕਟਰ, ਹਰ DNA ਦਾ ਡਾਕਟਰ, ਹਰ ਮਾਸ, ਹੱਡੀ, ਮੱਜਾ, ਬਲੱਡ, ਹਰ ਚੀਜ਼ ਦਾ ਡਾਕਟਰ। ਇੰਨਾ ਗਿਆਨ। ਕੰਪਿਊਟਰ ਦੀ ਦੁਨੀਆ 'ਚ ਗਿਆਨ ਵਧਿਆ, ਕਿਤੇ ਹਾਰਡਵੇਅਰ, ਕਿਤੇ ਸੌਫਟਵੇਅਰ, ਕਿਤੇ ਐਪਲੀਕੇਸ਼ਨ, ਕਿਤੇ ਜਾਵਾ, ਕਿਤੇ 3D, ਕਿਤੇ ਗ੍ਰਾਫਿਕਸ। ਮਨ ਦੇ ਇੰਨੇ ਡਾਕਟਰ ਪੈਦਾ ਹੋ ਗਏ। ਕੋਈ ਸਾਈਕੋਲੋਜਿਸਟ ਹੈ, ਕੋਈ ਸਾਈਕਿਸਟ ਹੈ, ਕੋਈ ਨਿਊਰੋਸਾਈਕਿਸਟ ਹੈ, ਕੋਈ ਨਿਊਰੋਸਰਜਨ ਹੈ, ਕੋਈ ਕੁਛ ਹੈ। ਇੰਨਾ ਗਿਆਨ। ਮਿਊਜ਼ਿਕ ਦਾ ਹੀ ਹਜ਼ਾਰਾਂ ਇੰਸਟਰੂਮੈਂਟ, ਹਜ਼ਾਰਾਂ ਸਾਜ਼ਾਂ ਦਾ ਗਿਆਨ, ਭਾਸ਼ਾਵਾਂ ਦਾ ਗਿਆਨ, ਇੱਕ ਭਾਸ਼ਾ ਵਿੱਚ ਕਿੰਨੀ ਕਿੰਨੀ ਡੂੰਘੀ ਗ੍ਰਾਮਰ, ਵਿਆਕਰਨ, ਉਹਦਾ ਗਿਆਨ, ਡਰਾਇੰਗ ਦਾ ਗਿਆਨ, ਆਰਟਸ ਦਾ ਗਿਆਨ, ਫੋਟੋਗ੍ਰਾਫੀ ਦਾ ਗਿਆਨ। ਗਿਆਨ ਦਾ ਬੜਾ ਪਸਾਰਾ ਹੋਇਆ। ਗੁਰੂ ਜੀ ਆਖਦੇ ਨੇ ਜੇ ਤੂੰ ਸੱਚਮੁੱਚ ਸੱਚਾ ਇਨਸਾਨ ਬਣਨਾ ਹੈ, ਸੱਚਿਆਰ ਬਣਨਾ ਹੈ ਤੇ ਤੈਨੂੰ ਵੀ ਗਿਆਨਵਾਨ ਹੋਣਾ ਪਏਗਾ। ਤੇਰੇ ਕੋਲ ਧਰਮ ਦਾ, ਆਪਣੇ ਫਰਜ਼ ਪੂਰੇ ਕਰਨ ਦਾ ਗਿਆਨ ਹੋਵੇ, ਤੇਰੇ ਕੋਲ ਸ਼ੁਭ ਗੁਣਾਂ ਦਾ ਗਿਆਨ ਹੋਵੇ, ਤੇਰੇ ਕੋਲ ਵੀ ਗਿਆਨ ਹੋਣਾ ਚਾਹੀਦਾ ਹੈ। ਔਰ ਜਦੋਂ ਅਸੀਂ ਗਿਆਨ ਨਾਲ ਜੁੜ ਜਾਂਦੇ ਹਾਂ ਸਾਨੂੰ ਫਿਰ ਕੋਈ ਗੁੰਮਰਾਹ ਨਹੀਂ ਕਰ ਸਕਦਾ। ਜਦੋਂ ਸਾਡੇ ਕੋਲ ਗੁਰੂ ਦਾ ਗਿਆਨ ਹੋਏਗਾ ਕੋਈ ਮਨੁੱਖ ਕੋਈ ਕਹਾਣੀ ਸੁਣਾ ਕੇ ਸਾਨੂੰ ਗੁੰਮਰਾਹ ਨਹੀਂ ਕਰ ਸਕਦਾ। ਕੋਈ ਮਨੁੱਖ ਕਿਸੇ ਚੀਜ਼ ਨਿਸ਼ਾਨੀ ਨੂੰ ਲਿਆ ਕੇ ਗੁੰਮਰਾਹ ਨਹੀਂ ਕਰ ਸਕਦਾ। ਸਾਨੂੰ ਪਰਖ ਹੋਏਗੀ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ। ਫਿਰ ਰਾਮ ਦੀ ਕਸੌਟੀ ਤੇ ਝੂਠ ਟਿਕੇਗਾ ਨਹੀਂ। ਗੁਰਬਾਣੀ ਦੀ ਕਸਵੱਟੀ ਲਾ ਕੇ ਅਸੀਂ ਕਿਸੇ ਮਨੁੱਖ ਨੂੰ, ਕਿਸੇ ਕਹਾਣੀ ਨੂੰ, ਕਿਸੇ ਚੀਜ਼ ਨੂੰ ਪਰਖ ਸਕਦੇ ਹਾਂ ਇਹ ਚੀਜ਼ ਸੱਚ ਹੈ ਕਿ ਗਲਤ ਹੈ। ਸਤਿਗੁਰੂ ਪਾਤਸ਼ਾਹ ਦੇ ਅੱਜ ਦੇ ਅਗਲੇ ਬਚਨ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਕਿੰਨਾ ਗਿਆਨ ਫੈਲਿਆ ਹੋਇਆ। ਮਨੁੱਖ ਨੇ ਗਿਆਨ ਹਾਸਲ ਕੀਤਾ ਕੁਦਰਤ ਵਿੱਚੋਂ। ਕੇਤੇ ਪਵਨ, ਕਿੰਨੇ ਤਰ੍ਹਾਂ ਦੀ ਹਵਾ ਹੈ। ਪਹਿਲਾਂ ਹਵਾ ਕੇਵਲ ਇੱਕ ਤੱਤ ਸੀ। ਅੱਜ ਮਨੁੱਖ ਨੂੰ ਸਮਝ ਲੱਗੀ, ਇਹਨੂੰ ਗਿਆਨ ਮਿਲਿਆ ਕਿ ਹਵਾ ਤੱਤ ਨਹੀਂ ਹੈ, ਇਹ ਕੰਪਾਊਂਡ ਹੈ, ਇਹ ਐਲੀਮੈਂਟ ਨਹੀਂ ਹੈ, ਇਹ ਕੰਪਾਊਂਡ ਹੈ। ਪਤਾ ਨਹੀਂ ਕਿੰਨੇ ਹੀ ਐਲੀਮੈਂਟਸ ਦਾ ਇਹ ਜੋੜ ਹੈ, ਮਿਸ਼ਰਣ ਹੈ। ਇਹ ਹਵਾ ਹੁਣ ਇੱਕ ਨਹੀਂ ਰਹੀ। ਇਹਦੇ ਵਿੱਚ ਆਕਸੀਜਨ ਵੀ ਹੈ, ਇਹਦੇ ਵਿੱਚ ਹਾਈਡਰੋਜਨ ਵੀ ਹੈ, ਨਾਈਟ੍ਰੋਜਨ ਵੀ ਹੈ, ਕਾਰਬਨ ਡਾਈਆਕਸਾਈਡ ਵੀ ਹੈ। ਪਤਾ ਨਹੀਂ ਕਿੰਨੇ ਤਰ੍ਹਾਂ ਦੀਆਂ ਹਵਾਵਾਂ ਨੇ, ਕਿੰਨੇ ਤਰ੍ਹਾਂ ਦੀ ਹਵਾ। ਔਰ ਸ਼ਕਤੀ ਬੜੀ ਹੈ। ਹਵਾ ਜੀਵਨ ਵੀ ਦੇ ਰਹੀ ਹੈ। ਹਵਾ ਹਨੇਰੀਆਂ, ਤੇਜ਼ ਤੂਫਾਨ, ਘਰਾਂ ਨੂੰ ਵੀ ਉਡਾ ਰਹੀ ਹੈ, ਰੁੱਖਾਂ ਨੂੰ ਵੀ ਪੱਟ ਰਹੀ ਹੈ। ਕੇਤੇ ਪਵਨ, ਪਾਣੀ। ਪਹਿਲਾਂ ਪਾਣੀ ਕੇਵਲ ਇੱਕ ਤੱਤ ਸੀ, ਇੱਕ ਐਲੀਮੈਂਟ ਮੰਨਿਆ ਜਾਂਦਾ ਸੀ। ਅੱਜ ਸਮਝ ਪਈ ਪਾਣੀ ਤੱਤ ਨਹੀਂ, ਕੰਪਾਊਂਡ ਹੈ। ਇਹਦੇ 'ਚ 2 ਤੱਤ ਮਿਲੇ ਹੋਏ ਨੇ, 2 ਤੱਤਾਂ ਦਾ ਮਿਸ਼ਰਣ ਹੈ। ਔਰ ਉਹ ਵੀ 2 ਹਿੱਸੇ ਹਾਈਡਰੋਜਨ ਹੈ, 1 ਹਿੱਸੇ ਆਕਸੀਜਨ। ਫਾਰਮੂਲਾ ਬਣਾ ਦਿੱਤਾ H2O। ਹੁਣ ਪਾਣੀ ਤੱਤ ਨਹੀਂ ਰਿਹਾ, ਕੰਪਾਊਂਡ ਹੋ ਗਿਆ। ਔਰ ਪਾਣੀ ਕਿੰਨੇ ਕਿਸਮਾਂ ਦਾ ਹੈ, ਔਰ ਪਾਣੀ ਕਿੰਨੀ ਤਾਕਤ ਵਾਲਾ ਹੈ। ਸਾਨੂੰ ਜੀਵਨ ਦਿੰਦਾ ਹੈ। ਪਹਿਲਾਂ ਪਾਣੀ ਜੀਓ ਹੈ, ਜਿੱਤ ਹਰਿਆ ਸਭ ਕੋਏ। ਇਹੀ ਪਾਣੀ ਜਦੋਂ ਹੜ੍ਹ ਬਣ ਕੇ ਆ ਜਾਂਦਾ ਮੌਤ ਦੇ ਦਿੰਦਾ ਹੈ। ਜਰਾ ਕੁਝ ਨਹੀਂ, ਕੁਝ ਮਿੰਟਾਂ ਦੀ ਸੁਨਾਮੀ ਵੱਡੇ ਵੱਡੇ ਸ਼ਹਿਰ ਤਬਾਹ ਕਰ ਦਿੰਦੀ ਹੈ। ਇਸੇ ਪਾਣੀ ਨੂੰ ਵਰਤ ਕੇ ਮਨੁੱਖ ਕਦੀ ਬਿਜਲੀ ਬਣਾ ਰਿਹਾ, ਊਰਜਾ ਪੈਦਾ ਕਰ ਰਿਹਾ। ਕਿੰਨੇ ਘਰਾਟ ਚੱਲ ਰਹੇ ਨੇ। ਹਵਾ ਨੂੰ ਵਰਤ ਕੇ ਪਣ ਚੱਕੀਆਂ ਬਣ ਰਹੀਆਂ ਨੇ, ਊਰਜਾ ਬਣਾ ਰਿਹਾ। ਇਸੇ ਪਾਣੀ ਨੂੰ ਸਟੀਮ ਬਣਾ ਕੇ ਆਪਣੇ ਇੰਜਨ ਚਲਾ ਰਿਹਾ, ਭਾਫ ਬਣਾ ਕੇ। ਕੇਤੇ ਪਵਨ ਪਾਣੀ ਬੈਸੰਤਰ। ਅੱਗ ਦੀ ਵਰਤੋਂ ਕਰਕੇ ਇੰਜਨ ਚਲਾ ਰਿਹਾ ਹੈ। ਅੱਗ ਦੀ ਵਰਤੋਂ ਕਰਕੇ ਆਪਣੇ ਖਾਣੇ ਨੂੰ, ਭੋਜਨ ਨੂੰ ਬਣਾ ਰਿਹਾ ਹੈ। ਮਸ਼ੀਨਾਂ ਤਿਆਰ ਕਰ ਰਿਹਾ, ਮਸ਼ੀਨਾਂ ਵਿੱਚ ਹੋਰ ਚੀਜ਼ਾਂ ਤਿਆਰ ਕਰ ਰਿਹਾ। ਗਿਆਨ ਹੈ ਨਾ। ਪਹਿਲਾਂ ਅੱਗ ਤੋਂ ਡਰਦਾ ਹੁੰਦਾ ਸੀ। ਜੰਗਲ 'ਚ ਅੱਗ ਲੱਗਦੀ ਸੀ, ਦੌੜ ਕੇ ਆਪਣੀ ਜਾਨ ਬਚਾਉਂਦਾ ਸੀ।
ਕਈ ਕੁਛ ਦਾ ਤਬਾਹ ਹੋ ਜਾਂਦਾ ਸੀ, ਇਹਦੇ ਪਰਿਵਾਰਕ ਮੈਂਬਰ ਸੜ ਜਾਂਦੇ ਸਨ। ਜਦੋਂ ਇਹਨੇ ਅੱਗ ਦਾ ਗਿਆਨ ਹਾਸਲ ਕਰ ਲਿਆ, ਇਹਨੂੰ ਕਾਬੂ 'ਚ ਕਿਵੇਂ ਕਰਨਾ, ਇਹਨੂੰ ਬਾਲਣਾ ਕਿਵੇਂ ਹੈ, ਇਹਦੇ ਗੁਣਾਂ ਦੀ ਵਰਤੋਂ ਕਿਵੇਂ ਕਰਨੀ ਹੈ, ਇਹਦੇ ਔਗਣਾਂ ਤੋਂ ਕਿਵੇਂ ਬਚਣਾ ਹੈ, ਹੱਥ ਨਹੀਂ ਸਾੜਨਾ, ਭੋਜਨ ਪਕਾ ਕੇ ਬਣਾਉਣਾ ਹੈ, ਇਸ ਗਿਆਨ ਨੇ ਇਸ ਮਨੁੱਖ ਦੇ ਜੀਵਨ 'ਚ ਵਿਕਾਸ ਕੀਤਾ। ਪਾਣੀ ਦੇ ਗਿਆਨ ਨੇ, ਹਵਾ ਦੇ ਗਿਆਨ ਨੇ ਵਿਕਾਸ ਕੀਤਾ। ਕਿਤੇ ਪਵਨ ਪਾਣੀ ਬਸੰਤਰ, ਬਸੰਤਰ ਮੈਨੇ ਅੱਗ। ਮਾਲਕਾ ਤੇਰੀ ਕੁਦਰਤ ਵਿੱਚ ਕਿੰਨਾ ਕੁਝ ਹੈ, ਅੰਤ ਨਹੀਂ ਹੈ। ਹਵਾ ਦਾ, ਪਾਣੀ ਦਾ ਗਿਆਨ ਲੈਣ ਜਾਓ, ਮੁੱਕਣ 'ਚ ਨਹੀਂ ਆਉਂਦਾ। ਕਿਤੇ ਕਾਨ ਮਹੇਸ਼, ਕਿੰਨੀ ਇੱਥੇ ਕ੍ਰਿਸ਼ਨ, ਕਿੰਨੇ ਹੀ ਮਹੇਸ਼, ਕਿੰਨੇ ਹੀ ਕੌਤਕ ਕਰਨ ਵਾਲੇ ਨੇ ਇੱਥੇ, ਤੇ ਕਿੰਨੇ ਹੀ ਮੌਤ ਦੇ ਸਾਧਨ ਵੀ ਨੇ। ਇੱਥੇ ਭਾਵ ਹੈ ਕਿ ਵੈਲਿਊ ਨਹੀਂ, ਅਨੇਕਾਂ ਹੀ ਨੇ। केते ब्रह्मे कार्त कड़ियाँ रूप रंग के वेस। केते ब्रह्मे, ब्रह्मा पैदा करने वाला मन्निया गया। गुरु जी आखते ने इत्थे पैदा करने वाली किन्नियां उत्पत्ति के साधन ने। किते अंडज है, किते जेरज है, किते सेतज है, किते उत्पुज है। ते केवल चार ही खाणियां नहीं, इत्थे ते केतियां खाणी। उत्पत्ति के किन्ने ही साधन ने। भाव एक ब्रह्मे की वैल्यू नहीं, इत्थे ते केते ब्रह्मे घाट कड़ियां। पता नहीं हर चीज़ कोई ना कोई चीज़ कढ़ रही है। एक मशीन पता नहीं किन्ने पार्ट्स तैयार कर रही है। एक आदमी बच्चों को पैदा कर रहा है। एक बीज किन्ने पौधों को पैदा कर रहा है। एक पशु, एक पंछी के अंडे चों बच्चे निकल रहे हैं। उत्पत्ति के किन्ने साधन ने, किन्ना कुछ प्रोड्यूस हो रहा है, किन्ना कुछ प्रगट हो रहा है। किते ब्रह्मे कार्त कड़ियां रूप रंग के वेस। किन्ने तरह का तो रूप ही रूप है। रूप का कौन अंत पा सकता है। फुल्लां दा रूप, हर फुल का अपना एक रूप, अपनी सुंदरता, अपना एक सुहापन है। हर पशु, हर पंछी अपना एक रूप रखता है। हर बच्चे की अपनी एक खूबसूरती है। और रूप जिहड़ा घटदा थोड़े है, रूप बदलता है, होर नवा हो जाता है, होर नवा। ਜਿਹੜਾ रूप अज तुसीं कहने बहुत वधिया, अगले साल तक वो रूप गया, एक होर नवा रूप आ गया। आए साल सुंदरता मुकाबले होंदे ने। की लोड़ है हर साल सुंदरता मुकाबलियां दी। एक बार फैसला कर लिया जाए, ये आदमी दुनिया का सब तो खूबसूरत इंसान, गल खत्म। ये औरत इस दुनिया की सब तो सोहनी औरत, गल खत्म। पर अगले साल फिर सुंदरता मुकाबला, क्यों? उहदा रूप घट गया, हुण एक होर नवा रूप आ गया, होर नवा रूप लभणे, अगले साल फिर मुकाबले। पुराने रूप घट जाते हैं, नवे रूप आ रहे हैं। हर चीज़ नवी हो रही है, पुरानी घट रही है। कटंत रूपं, जिन्हों अज क्या सी सब तो ज़्यादा रूपमान, एक साल बाद रूप घट गया उहदा। कटंत रूपं, कटंत दीपं, कटंत रव सस नक्षत्र गगनन। हर चीज़ घट जा रही है, रूप घट जाता है। किन्ने तरह का तो रूप है। केते ब्रह्मे घाट कड़ियां रूप रंग के वेस। रंग ही कई किस्मां दे ने। सानू ते प्राइमरी रंग 3 नज़र आते हैं, ज़्यादा तो ज़्यादा 7 नज़र आते हैं। पर अज मनुख ने इन्ना विकास किया कि एक एक रंग के भी 1000 टुकड़े करके देख लैंदा है। कंप्यूटर नूं दिखा दिंदा है। हरा रंग केवल एक ही हरा नहीं, हरे रंग च हज़ारां हज़ारां किस्मां ने। लाल रंग के किन्ने ही रूप ने। नीलियां दा ते अंत ही कोई नहीं कि केवल चिट्टा ही लै लो। चिट्टियां दे विच भी हज़ारां चिट्टे ने, कालियां विच भी हज़ारां काले ने, मैच ही नहीं करते। रंगां दा कौन अंत पा सकदा है। ते प्रभु दे रंग जिहड़े दुनिया दे विच अत खूबसूरत रंग। कोई चित्रकार कागज़ के उपर तस्वीर बनाए सोहणे रंगां दे नाल, उहनूं बाहर रख दिओ, एक मीह पए रंग उड़ जाते हैं, धुल जाते हैं। पर मालक ने मोर दे उपर इन्ने खूबसूरत रंग भरे ने। कई सावण वो मीच नहांदा रहा, पर उहदे रंग नहीं उतरे। एडे मजबूत पक्के रंग। और उहदे एक मोर दे खंभ विच किन्ने ही रंग आ जाते हैं, और समय नाल बदलते भी जाते हैं। चित्रकार दा जिहड़ा उन्हें रंग भरिया, उन्हें बदलना नहीं। मोर दे खंभां दे, पंछियां दे, पशुआं दे रंग बदल जाते हैं। एक पत्ते दा रंग बदल जाता है, अज हरा, कल पीला, परसों पूरा काला हो जाता है। साडे रंग बदल जाते हैं, साडियां चमड़ियां दे रंग बदल जाते हैं। कई किस्मां दे रंग। कौन अंत पाएगा। जदों कोई रंगां दी दुनिया वल देखदा है ते अनंत पसारा है। एडा ज्ञान रंगां दा। किसी चित्रकार नूं पुछ के देखो रंगां दा ज्ञान की हुंदा है। किसी फोटोग्राफर नूं पुछ के देखो सीन दा ज्ञान की हुंदा है, दृश्य दा ज्ञान की हुंदा है। उहनूं हर दृश्य दे विच कमी भी लभ जाती है, खूबसूरती भी लभ जाती है। उहनूं पता भी इत्थे आ छोटी जी कमी जिहड़ियां साडियां नज़रां नहीं देख सकदियां, वो देख लैंदा है। किन्ने किस्मां दा रंग। ज्ञान दा इन्ना पसारा है। जीव
ਜੇ ਇੰਨੇ ਰੰਗ, ਇੰਨੇ ਰੂਪ, ਇੰਨੇ ਵੇਸ ਨੇ ਤੇ ਤੇਰੇ ਕੋਲ ਅਨੰਤ ਸੰਭਾਵਨਾ ਹੈ ਗਿਆਨਵਾਨ ਹੋਣ ਦੀ, ਤੂੰ ਗਿਆਨਵਾਨ ਕਿਉਂ ਨਹੀਂ ਹੁੰਦਾ? ਕਿਸੇ ਪਾਸੇ ਤੇ ਤੁਰ, ਕੋਈ ਤੇ ਟੀਚਾ ਮਿੱਥ, ਕਿਸੇ ਮੰਜ਼ਿਲ ਤੇ ਪਹੁੰਚ ਕਿ ਇਸ ਚੀਜ਼ ਦਾ ਹੁਣ ਮੈਂ ਮਾਸਟਰ ਹਾਂ। ਮਨੁੱਖ ਆਖਦਾ ਜੀ ਕੀ ਕਰਾਂ, ਮੇਰੀ ਤੇ ਕਿਸਮਤ, ਕੀ ਕਰਾਂ, ਮੈਨੂੰ ਜੀ ਇਹੋ ਜਿਹਾ ਬੈਕਅਪ ਨਹੀਂ ਮਿਲਿਆ, ਮੈਨੂੰ ਇਹੋ ਜਿਹਾ ਮਾਹੌਲ ਨਹੀਂ ਮਿਲਿਆ, ਮੈਂ ਕੀ ਕਰਾਂ, ਮੈਨੂੰ ਤੇ ਇਹ ਸਾਧਨ ਨਹੀਂ ਮਿਲੇ। ਇਸ ਧਰਤੀ ਤੇ ਕਦੀ ਵੀ ਕਿਸੇ ਨੂੰ ਸਾਧਨ ਮਿਲਦੇ ਨਹੀਂ ਹਨ, ਸਾਧਨ ਬਣਾਉਣੇ ਪੈਂਦੇ ਹਨ। ਮੇਰੇ ਕੋਲ ਤੇ ਜੀ ਸਮਾਂ ਨਹੀਂ, ਸਮਾਂ ਬਣਾਉਣਾ ਪੈਂਦਾ ਹੈ। ਜਿੰਨਾ ਸਮਾਂ ਭਗਤ ਕਬੀਰ ਜੀ ਕੋਲ ਸੀ ਉਨਾ ਹੀ ਸਾਡੇ ਕੋਲ ਹੈ। ਜੇ ਉਹ ਮਹਾਨ ਬਣ ਸਕਦੇ ਨੇ, ਅਸੀਂ ਕਿਉਂ ਨਹੀਂ? ਸਮਾਂ ਭਗਤ ਕਬੀਰ ਜੀ ਨੂੰ ਰੱਬ ਨੇ 24 ਦੀ ਬਜਾਏ 25 ਘੰਟੇ ਨਹੀਂ ਸੀ ਦਿੱਤੇ, ਸਾਨੂੰ 23 ਨਹੀਂ ਦਿੱਤੇ ਹੋਏ। ਸਭ ਕੋਲ ਬਰਾਬਰ ਦਾ ਸਮਾਂ, ਉਹਦੀ ਵਰਤੋਂ ਕਿਵੇਂ ਕਰਨੀ ਹੈ ਇਹ ਵੀ ਗਿਆਨ ਹੋਣਾ ਚਾਹੀਦਾ ਹੈ। ਟਾਈਮ ਮੈਨੇਜਮੈਂਟ ਹੋਣੀ ਚਾਹੀਦੀ ਹੈ। ਮੈਂ ਆਪਣੀ ਜ਼ਿੰਦਗੀ ਦੇ ਸਮੇਂ ਨੂੰ ਵਿਅਰਥ ਗਵਾ ਰਿਹਾ ਹਾਂ ਕਿ ਸਫਲ ਕਰ ਰਿਹਾ? ਮੈਨੂੰ ਹਰ ਰੋਜ਼ 86-87 ਹਜ਼ਾਰ ਰੁਪਏ ਮੇਰੇ ਅਕਾਊਂਟ 'ਚ ਆਉਂਦੇ ਹੋਣ ਤੇ ਰਾਤ ਨੂੰ 12 ਵਜੇ ਮੇਰਾ ਬੈਲੈਂਸ ਨਿਲ ਹੋ ਜਾਏ, ਖਤਮ ਹੋ ਜਾਏ, ਫਿਰ ਨਵੇਂ ਸਿਰਿਓਂ ਆਉਣ। ਜੇ ਮੈਂ ਸਾਰੇ ਦਿਨ ਦੇ ਵਿੱਚ ਉਹ 86-87 ਹਜ਼ਾਰ ਰੁਪਏ ਵਰਤੇ ਨੇ ਤੇ ਸਫਲ ਹੈ, ਨਹੀਂ ਵਰਤੇ ਤੇ ਉਸ ਬੈਲੈਂਸ ਨੇ ਜ਼ੀਰੋ ਹੋ ਜਾਣਾ ਹੈ। 24 ਘੰਟਿਆਂ 'ਚ 86-87 ਹਜ਼ਾਰ ਦੇ ਕਰੀਬ ਅਸੀਂ ਸੈਕਿੰਡ ਲੈਂਦੇ ਹਾਂ। ਇਹ ਸਾਡਾ ਰੋਜ਼ ਦਾ ਬੈਲੈਂਸ ਹੈ ਸਮੇਂ ਦਾ। ਇਹਨੂੰ ਸਾਂਭ ਕੇ ਨਹੀਂ ਰੱਖ ਸਕਦੇ ਕਿ ਜਵਾਨੀ ਦੇ ਦਿਨਾਂ ਨੂੰ ਮੈਂ ਬੁਢਾਪੇ 'ਚ ਜਾ ਕੇ ਵਧੀਆ ਬਤੀਤ ਕਰਾਂਗਾ। ਨਹੀਂ, ਇਸ ਖਜ਼ਾਨੇ ਨੂੰ ਹੁਣੇ ਖਰਚਣਾ ਪੈਣਾ। ਜੇ ਸਮੇਂ ਨੂੰ ਵਰਤ ਲਿਆ ਸਹੀ ਅਰਥਾਂ ਦੇ ਵਿੱਚ ਤੇ ਮੈਂ ਸਫਲ ਹਾਂ, ਨਹੀਂ ਤੇ ਇਸ ਸਵਾਸਾਂ ਦੇ ਖਜ਼ਾਨੇ ਨੇ ਨਿਲ ਹੋ ਜਾਣੇ, ਰਾਤ 12 ਵਜੇ ਖਤਮ ਹੋ ਜਾਣਾ, ਨਵਾਂ ਆਏਗਾ। ਫਿਰ ਟਾਈਮ ਨੂੰ ਸਮਝਣਾ ਪਏਗਾ। ਜਿਹੜਾ ਟਾਈਮ ਨੂੰ ਸਮਝੇਗਾ ਉਹ ਗਿਆਨਵਾਨ ਹੋ ਜਾਏਗਾ। ਉਹ ਆਪਣੇ ਟਾਈਮ ਨੂੰ ਵਿਅਰਥ ਨਹੀਂ ਗਵਾਏਗਾ, ਉਹਨੂੰ ਚੰਗੇ ਪਾਸੇ ਲਗਾਏਗਾ, ਆਪਣੇ ਜੀਵਨ ਨੂੰ ਸਫਲ ਕਰੇਗਾ। ਗੱਲ ਇਹ ਨਹੀਂ ਕਿ ਜ਼ਿੰਦਗੀ ਕਿੰਨੇ ਸਾਲ ਹੈ, ਜ਼ਿੰਦਗੀ ਲੰਬਾਉਣ ਦਾ ਨਾਮ ਨਹੀਂ ਹੈ। ਜ਼ਿੰਦਗੀ ਨੂੰ ਇੱਕ ਇੱਕ ਪਲ ਗਹਿਰਾਈ ਨਾਲ ਜਿਉਣ ਦਾ ਨਾਮ ਜ਼ਿੰਦਗੀ ਹੈ। ਇੱਕ ਇੱਕ ਪਲ ਨੂੰ ਮੈਂ ਜਿਉਂਦਾ ਕਿਵੇਂ ਆ? ਜੇ ਇਸ ਪਲ ਦੇ ਵਿੱਚ ਮੈਂ ਪਾਸਟ ਬਾਰੇ ਸੋਚ ਕੇ ਪਛਤਾਈ ਜਾਵਾਂ, ਉਹ ਗਲਤ ਹੋ ਗਿਆ ਸੀ, ਮੌਕਾ ਨਿਕਲ ਗਿਆ, ਮੈਂ ਆਪਣੇ ਪ੍ਰੈਜ਼ੈਂਟ ਦੇ ਇਸ ਮੂਵਮੈਂਟ ਨੂੰ ਗਵਾ ਲਿਆ। ਇਸ ਵਰਤਮਾਨ ਦੇ ਪਲ ਵਿੱਚ ਜੇ ਮੈਂ ਫਿਊਚਰ ਦੀ ਟੈਨਸ਼ਨ ਕਰੀ ਜਾਵਾਂ, ਚਿੰਤਾ ਕਰੀ ਜਾਵਾਂ, ਕੱਲ ਕੀ ਹੋਏਗਾ, ਕੀ ਬਣੇਗਾ ਮੇਰੇ ਬੱਚਿਆਂ ਦਾ, ਤਾਂ ਵੀ ਵਰਤਮਾਨ ਨੂੰ ਗਵਾ ਲਿਆ। ਮੈਂ ਵਰਤਮਾਨ ਨੂੰ ਸੰਭਾਲ ਲੈਣਾ, ਮੇਰਾ ਪਾਸਟ ਵਧੀਆ ਬਣ ਜਾਂਦਾ ਹੈ। ਵਰਤਮਾਨ ਨੂੰ ਸੰਭਾਲ ਲੈਣਾ, ਇੱਕ ਸੈਕਿੰਡ ਪਹਿਲਾਂ ਇਹੀ ਤੇ ਫਿਊਚਰ ਸੀ ਜਿਹਨੂੰ ਮੈਂ ਸਫਲ ਕਰ ਲਿਆ। ਗਿਆਨ ਹੈ ਨਾ। ਇਹ ਮਨੁੱਖ ਉਦਮ ਕਰ, ਵਿਕਾਸ ਕਰ, ਗਿਆਨ ਦੀਆਂ ਅਨੰਤ ਸੰਭਾਵਨਾਵਾਂ ਨੇ। ਗਿਆਨ ਪੈਦਾ ਕਰ, ਕਿਸੇ ਟੀਚੇ ਤੇ ਜਾ। ਹੁਣ ਯਾਦ ਰੱਖਿਓ, ਜਿਹੜਾ ਮਨੁੱਖ ਸਮੇਂ ਨੂੰ ਸਹੀ ਅਰਥਾਂ 'ਚ ਵਰਤਦਾ ਹੈ, ਸਫਲ ਉਹ ਹੁੰਦਾ ਹੈ। ਅੱਜ ਅਸੀਂ ਕਹਿੰਦੇ ਸਾਨੂੰ ਬਾਣੀ ਯਾਦ ਨਹੀਂ ਹੁੰਦੀ, ਸਾਡੇ ਤੋਂ ਕੋਈ ਕੰਮ ਨਹੀਂ ਹੁੰਦਾ। ਕਿਉਂ? ਕਿਉਂਕਿ ਅਸੀਂ ਨੇਮਬੱਧ ਨਹੀਂ ਆ। ਬੱਚਾ ਕਿਉਂ ਪੜ੍ਹ ਜਾਂਦਾ ਹੈ? ਕਿਉਂਕਿ ਉਹਦੇ ਕੋਲ ਟਾਈਮ ਮੈਨੇਜਮੈਂਟ ਹੈ। ਉਹਨੂੰ ਪਤਾ ਹੈ ਇੰਨੇ ਵਜੇ ਸਕੂਲ ਜਾਣਾ ਹੈ, ਇੰਨੇ ਵਜੇ ਆਹ ਪੀਰੀਅਡ ਹੈ, ਇੰਨੇ ਵਜੇ ਆਹ ਮੈਂ ਸਬਜੈਕਟ ਪੜ੍ਹਨਾ ਹੈ, ਇੰਨੇ ਵਜੇ ਵਾਪਸ ਆਉਣਾ ਹੈ। ਜਦੋਂ ਅਸੀਂ ਸਕੂਲ ਕਾਲਜ ਤੋਂ ਬਾਹਰ ਆ ਜਾਂਦੇ ਹਾਂ, ਸਾਡਾ ਇਹ ਟਾਈਮ ਮੈਨੇਜਮੈਂਟ ਖਤਮ ਹੋ ਜਾਂਦਾ ਹੈ। ਸਾਡਾ ਟਾਈਮ ਪੀਰੀਅਡ ਕਿਸੇ ਚੀਜ਼ ਦਾ ਨਹੀਂ ਰਹਿ ਜਾਂਦਾ। ਨਤੀਜਾ ਅਸੀਂ ਸਫਲ ਨਹੀਂ ਹੋ ਪਾਉਂਦੇ, ਕੁਝ ਸਿੱਖ ਨਹੀਂ ਪਾਉਂਦੇ। ਸਿੱਖੋ। ਇਹ ਨਹੀਂ ਕਿ ਮੈਂ ਹੁਣ ਕੀ ਸਿੱਖਾਂ, ਮੈਂ ਤੇ ਬਜ਼ੁਰਗ ਹੋ ਗਿਆ। ਅੱਜ ਵੀ ਗਿਆਨਵਾਨ ਹੋ ਸਕਦੇ ਹਾਂ। ਜਿਹੜਾ ਸਬਜ਼ੀ ਬਣਾ ਰਿਹਾ, ਅਗਲੇ ਦਿਨ ਇੰਨੀ ਵਧੀਆ ਸਬਜ਼ੀ ਬਣਾਏ ਕਿ ਉਹਦਾ ਸਵਾਦ ਵੱਧ ਜਾਏ। ਗਿਆਨ ਪੈਦਾ ਕਰੇ ਕਿ ਮੈਨੂੰ ਹੋਰ ਕਿਵੇਂ ਵਧੀਆ ਬਣਾਉਣਾ ਹੈ। ਤੀਜੇ ਦਿਨ, ਚੌਥੇ ਦਿਨ, ਮਹੀਨੇ ਬਾਅਦ ਐਸੀ ਸਬਜ਼ੀ ਕਿ ਜਿਹੜੀ 7 ਸਟਾਰ ਹੋਟਲ ਦੀ ਵੀ ਨਹੀਂ। ਕੋਈ ਸਫਾਈ ਕਰੇ, ਵਿਕਾਸ ਕਰੇ, ਵਾਧਾ ਕਰੇ। ਅਗਲੇ ਦਿਨ ਹੋਰ ਜ਼ਿਆਦਾ ਵਧੀਆ ਕਮਰਾ ਸਜਾਣਾ, ਉਸ ਤੋਂ ਅਗਲੇ ਦਿਨ ਹੋਰ ਵਧੀਆ ਸਜਾਣਾ। ਕੁਛ ਤੇ ਕਰੇ ਕਿ ਮੈਂ ਬੱਚਿਆਂ ਨੂੰ ਪੰਜਾਬੀ ਸਿਖਾਣੀ ਹੈ, ਮੈਂ ਆਪਣੇ ਘਰ ਦੇ ਵਿੱਚ ਫੁੱਲ ਲਗਾਉਣੇ ਨੇ, ਮੈਂ ਪੋਇਟਰੀ ਲਿਖਣੀ ਹੈ। ਕੋਈ ਵਿਕਾਸ ਕਰੇ। ਧਰਮ ਦੀ ਦੁਨੀਆ 'ਚ ਜਿਹਨੇ ਸੱਚਿਆਰ ਬਣਨਾ ਹੈ, ਉਹ ਆਪਣੇ ਗੁਣਾਂ ਦਾ ਵਿਕਾਸ ਕਰੇ, ਉਹ ਆਪਣੇ ਅੰਦਰ ਸੱਚ ਪੈਦਾ ਕਰੇ। ਅੱਜ ਮੈਂ 1 ਘੰਟਾ ਰੋਜ਼ ਸੱਚ ਬੋਲਾਂਗਾ, ਉਦਮ ਕਰੇ। ਫਿਰ ਇਹ ਸੱਚ ਨੇ ਮੁੱਕ ਥੋੜ੍ਹੇ ਜਾਣਾ ਵੀ ਸੱਚ ਬੋਲ ਦਿੱਤਾ ਤੇ ਮੁੱਕ ਜਾਏਗਾ, ਫਿਰ ਕੱਲ ਤੋਂ ਝੂਠ ਸ਼ੁਰੂ ਹੋ ਜਾਏਗਾ। ਸੱਚ ਨੇ ਵਧੀ ਜਾਣਾ। ਬਹੁਤਾ ਕਹੀਏ ਬਹੁਤਾ ਹੋਏ। ਕੱਲ ਨੂੰ 2 ਘੰਟੇ ਪ੍ਰੈਕਟਿਸ ਕਰਾਂ, ਪਰਸੋਂ 3 ਘੰਟੇ ਕਰਾਂ, ਇੱਕ ਸਮਾਂ ਆਏਗਾ 24 ਘੰਟੇ ਸੱਚ ਨਾਲ ਜੁੜ ਜਾਵਾਂਗਾ। ਮੈਂ ਪ੍ਰੇਮ ਦੇ ਪ੍ਰਤੀ ਉਦਮ ਪੈਦਾ ਕਰਾਂ। ਅੱਜ ਪ੍ਰੇਮ ਕਰਾਂ, ਕੱਲ ਪ੍ਰੇਮ ਕਰਾਂ। ਇੱਕ ਸਮਾਂ ਐਸਾ ਆਏਗਾ ਮੈਂ ਦੁਸ਼ਮਣ ਨੂੰ ਵੀ ਨਫ਼ਰਤ ਨਹੀਂ ਕਰ ਸਕਾਂਗਾ। ਮੇਰੇ ਅੰਦਰ ਨਫ਼ਰਤ ਦਾ ਬੀਜ ਹੀ ਖਤਮ ਹੋ ਜਾਏਗਾ। ਉਹਦੇ ਨਾਲ ਵੀ ਮੈਂ ਪ੍ਰੇਮ ਹੀ ਕਰਾਂਗਾ। ਭਾਈ ਕਨਈਏ ਵਾਲੀ ਅਵਸਥਾ ਬਣ ਜਾਏਗੀ। ਕਰੇ ਤੇ ਸਹੀ ਮਨੁੱਖ। ਗਿਆਨ ਚਾਰੋਂ ਤਰਫ ਫੈਲਿਆ ਹੈ। ਗਿਆਨਵਾਨ ਹੋਣ ਦੀ ਅਨੰਤ ਸੰਭਾਵਨਾ ਹੈ। ਬਸ ਇਹ ਮਨੁੱਖ, ਤੂੰ ਨੇਮਬੱਧ ਕਰ ਲੈ ਆਪਣੀ ਜ਼ਿੰਦਗੀ ਨੂੰ। ਗਿਆਨ ਦੇ ਕਿਸੇ ਟੀਚੇ ਨੂੰ ਹਾਸਲ ਕਰ। ਕੋਈ ਮੰਜ਼ਿਲ ਪਕੜ,
ਕਿਸੇ ਮੰਜ਼ਿਲ ਨੂੰ ਧਿਆਨ ਵਿੱਚ ਰੱਖ ਕੇ ਏਮ ਬਣਾ ਕੇ ਤੁਰਨਾ ਸ਼ੁਰੂ ਕਰ ਦੇ, ਤੂੰ ਕਿਉਂ ਨਹੀਂ ਗਿਆਨਵਾਨ ਹੋਏਗਾ। ਗਿਆਨ ਖੰਡ ਵਿੱਚ ਗੁਰੂ ਜੀ ਸਿੱਖ ਦੇ ਜੀਵਨ ਦਾ ਵਿਕਾਸ ਕਰ ਰਹੇ ਨੇ। ਯਾਦ ਰੱਖਿਓ, ਪਰਸਨੈਲਿਟੀ ਡਿਵੈਲਪਮੈਂਟ ਹੋਵੇ ਜਾਂ ਹੋਰ ਇਸ ਤਰ੍ਹਾਂ ਦੇ ਡਿਵੈਲਪਮੈਂਟ ਦੇ ਬਹੁਤ ਸਾਰੇ ਕੋਰਸਿਸ ਕਰਾਏ ਜਾਂਦੇ ਨੇ। ਟਾਈਮ ਮੈਨੇਜਮੈਂਟ ਦਾ ਕੋਰਸ ਹੈ, ਪੀਪਲ ਮੈਨੇਜਮੈਂਟ ਦਾ ਕੋਰਸ ਹੈ, ਸਿਚੁਏਸ਼ਨ ਮੈਨੇਜਮੈਂਟ ਦਾ ਕੋਰਸ ਹੈ, ਲੱਖਾਂ ਰੁਪਏ ਲੱਗਦੇ ਨੇ। ਪਰ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਇੱਕ ਪੌੜੀ ਵਿਚਾਰ ਲਓ ਨਾ, ਇਹ ਸਾਰੇ ਕੋਰਸ ਜਿਹੜੇ ਨੇ ਨਿਚੋੜ ਮਿਲ ਜਾਂਦਾ ਸਾਨੂੰ। ਇਹ ਕੋਰਸ ਵੀ ਫਿੱਕੇ ਲੱਗਣ ਲੱਗ ਜਾਂਦੇ ਨੇ। ਇੰਨੀ ਮੋਟੀਵੇਸ਼ਨ ਮਿਲਦੀ ਹੈ ਬਾਣੀ ਵਿੱਚੋਂ, ਇੰਨਾ ਉਤਸ਼ਾਹ ਮਿਲਦਾ ਹੈ, ਇੰਨੀ ਸਕਾਰਾਤਮਕ ਸੋਚ ਪੈਦਾ ਹੁੰਦੀ ਹੈ। ਗੁਰੂ ਸਾਹਿਬ ਇੰਨਾ ਵਿਕਾਸ ਕਰ ਦਿੰਦੇ ਨੇ। ਆਹ ਸਿੱਖਾ ਤੇਰਾ ਵਿਕਾਸ ਕਰਦੇ ਹਾਂ, ਬਸ ਗਿਆਨ ਦੇ ਨਾਲ ਤੇਰਾ ਪ੍ਰੇਮ ਬਣ ਜਾਏ, ਗਿਆਨ ਤੇਰੀ ਪੌੜੀ ਬਣ ਜਾਏ। ਧਰਮ ਤੋਂ ਬਾਅਦ ਗਿਆਨ ਦੀ ਪੌੜੀ ਤੇ ਕਦਮ ਰੱਖ ਲਈ, ਚਾਰੋਂ ਤਰਫ ਗਿਆਨ ਹੀ ਗਿਆਨ ਨਜ਼ਰ ਆਏਗਾ। ਬਸ ਉਸ ਗਿਆਨ ਨੂੰ ਇਕੱਠਾ ਕਰਨਾ ਸ਼ੁਰੂ ਕਰ ਦੇ, ਉਸ ਗਿਆਨ ਨੂੰ ਜੀਵਨ 'ਚ ਧਾਰਨਾ ਸ਼ੁਰੂ ਕਰ ਦੇ। ਕਿੰਨਾ ਕੁਛ ਹੈ ਸੰਸਾਰ ਵਿੱਚ। ਕੇਤੇ ਬ੍ਰਹਮੇ ਘਾਟ ਘੜੀਆਂ, ਰੂਪ ਰੰਗ ਕੇ ਵੇਸ। ਕਿੰਨੇ ਤਰ੍ਹਾਂ ਦੇ ਰੂਪ ਰੰਗ, ਕਿੰਨੇ ਤਰ੍ਹਾਂ ਦੇ ਵੇਸ, ਕਿੰਨੇ ਤਰ੍ਹਾਂ ਦੇ ਜੀਵਾਂ ਦੇ ਭੇਖ ਨੇ। ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ਼। ਇਹ ਕਰਮ ਭੂਮੀ ਕੇਵਲ ਇਹ ਧਰਤੀ ਨਹੀਂ, ਕੇਤੀਆਂ ਕਰਮ ਭੂਮੀ, ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਨੇ ਜਿੱਥੇ ਕਰਮ ਹੋ ਰਹੇ ਨੇ। ਜਿਵੇਂ ਜਿਵੇਂ ਬੰਦਾ ਖੋਜ ਕਰ ਰਿਹਾ ਹੋਰ ਮਿਲ ਰਹੇ ਨੇ, ਗਿਆਨ 'ਚ ਵਾਧਾ ਹੋ ਰਿਹਾ। ਇਹਨੂੰ ਪਤਾ ਲੱਗ ਰਿਹਾ ਹੈ ਕਿ ਇੰਨੇ ਸੂਰਜ ਮੰਡਲ, ਉਹਨਾਂ ਵਿੱਚ ਅੱਗੋਂ ਇੰਨੀਆਂ ਧਰਤੀਆਂ ਵੀ ਨੇ। ਕੇਤੇ ਤੂੰ ਉਪਦੇਸ਼, ਕਿੰਨੀਆਂ ਹੀ ਭੂਮੀਆਂ, ਕਿੰਨੇ ਹੀ ਮੇਰ ਪਰਬਤ। ਕੇਤੀਆਂ ਕਰਮ ਭੂਮੀ ਮੇਰ ਕੇਤੇ, ਕਿੰਨੇ ਤਰ੍ਹਾਂ ਦੇ ਪਹਾੜ ਨੇ ਅੱਜ ਮਨੁੱਖ ਨੇ ਖੋਜ ਲਏ ਨੇ। ਕੇਵਲ ਮਾਊਂਟ ਐਵਰੈਸਟ ਸਭ ਤੋਂ ਵੱਡੀ ਚੋਟੀ ਨਹੀਂ ਕਿ ਉਸ ਤੋਂ ਬਾਅਦ ਦਾ ਇਹਨੂੰ ਪਤਾ ਨਹੀਂ, ਉਹਨੇ ਉਸ ਤੋਂ ਥੱਲੜੀਆਂ ਚੋਟੀਆਂ ਵੀ ਲੱਭ ਲਈਆਂ। ਕਿਲੀਮੰਜਾਰੋ ਸੈਕਿੰਡ ਸਭ ਤੋਂ ਵੱਡੀ ਚੋਟੀ, ਉਸ ਤੋਂ ਬਾਅਦ ਥਰਡ ਵੀ ਲੱਭ ਲਈ, ਫੋਰਥ ਵੀ। ਕਿੰਨੇ ਤਰ੍ਹਾਂ ਦੇ ਪਹਾੜ ਕੇਵਲ ਇਸ ਧਰਤੀ ਤੇ ਨਹੀਂ, ਕਿੰਨੀਆਂ ਧਰਤੀਆਂ ਤੇ ਕਿੰਨੇ ਪਹਾੜ ਹੋਣਗੇ। ਕੇਤੇ ਤੂੰ ਉਪਦੇਸ਼, ਤੂੰ ਮੈਨੇ ਅਟਲ। ਕਿੰਨੇ ਅਟਲ ਉਪਦੇਸ਼ ਜਿਹੜੇ ਸੱਚਮੁੱਚ ਸੱਚ ਦੇ ਬੇਸ ਤੇ ਖਰੇ ਉਤਰਦੇ ਨੇ। ਕਿੰਨੇ ਗਿਆਨ ਗੁਰੂ ਦੇ, ਕਿੰਨੇ ਉਪਦੇਸ਼ ਗੁਰੂ ਦੇ। ਜਿਵੇਂ ਧਰੂ, ਅਸੀਂ ਉਹਨੂੰ ਕਹਿੰਦੇ ਹਾਂ ਜਿਹੜਾ ਡੋਲਦਾ ਨਹੀਂ। ਭਗਤ ਦੇ ਨਾਂ ਤੇ ਤਾਰੇ ਦਾ ਨਾਂ ਧਰੂ ਰੱਖ ਦਿੱਤਾ ਕਿ ਉਹ ਇੱਕ ਥਾਂ ਤੇ ਹੀ ਹੈ। ਹਾਲਾਂਕਿ ਧਰਤੀ ਤੇ ਤਾਰੇ ਦੀ ਸਪੀਡ ਇਹੋ ਜਿਹੀ ਹੈ, ਸਾਨੂੰ ਇੱਕ ਥਾਂ ਖੜਿਆ ਲੱਗਦਾ ਹੈ। ਜਿਵੇਂ ਮੰਨੋ ਦੋ ਟ੍ਰੇਨਾਂ ਇੱਕੋ ਸਪੀਡ ਤੇ ਚੱਲਦੀਆਂ ਹੋਣ ਤੇ ਦੂਜੀ ਟ੍ਰੇਨ ਲੱਗਦਾ ਖੜੀ ਹੈ, ਪਰ ਹਰ ਚੀਜ਼ ਚੱਲ ਰਹੀ ਹੈ। ਦਿਨ ਰਬ ਚੱਲੇ, ਨਿਸ ਸਸ ਚੱਲੇ, ਤਾਰ ਕਾ ਲੱਖ ਪਲੋਏ, ਪਰ ਸਾਨੂੰ ਅਟਲ ਲੱਗਦਾ ਹੈ। ਤੂੰ ਵੀ ਗੁਰੂ ਦਾ ਅਟਲ ਉਪਦੇਸ਼ ਧਾਰਨ ਕਰ ਲਿਆ। ਕਿੰਨਾ ਅਟਲ ਹੈ ਗੁਰੂ ਦਾ ਉਪਦੇਸ਼। ਕਿੰਨੇ ਹੀ ਕੀਮਤੀ ਸਿਧਾਂਤ ਉਪਦੇਸ਼ ਦੇ ਰੂਪ ਵਿੱਚ ਸਾਨੂੰ ਮਿਲਦੇ ਨੇ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ। ਇੰਦ ਮੈਨੇ ਬੱਦਲ, ਕਿੰਨੀਆਂ ਕਿਸਮਾਂ ਦੇ ਬੱਦਲ ਨੇ। ਤੁਸੀਂ ਕਦੀ ਸਰਚ ਕਰਕੇ ਦੇਖੋ, ਬੱਦਲਾਂ ਦੀਆਂ ਵੀ ਕਿਸਮਾਂ ਨੇ, ਉਹਨਾਂ ਦੇ ਵੀ ਗੁਣ ਧਰਮ ਨੇ, ਉਹਨਾਂ ਵਿੱਚ ਵੀ ਬਹੁਤ ਕੁਛ ਹੈ। ਕਿੰਨੇ ਇੰਦ ਨੇ, ਕਿੰਨੇ ਤਰ੍ਹਾਂ ਦੇ ਬੱਦਲ ਨੇ, ਕਿੰਨੇ ਤਰ੍ਹਾਂ ਦੇ ਚੰਦਰਮਾ ਨੇ। ਸਿਰਫ ਸਾਡੀ ਧਰਤੀ ਦਾ ਨਹੀਂ, ਸਾਡੇ ਸੂਰਜ ਮੰਡਲ ਵਿੱਚ ਜਿੰਨੇ ਗ੍ਰਹਿ ਨੇ ਉਹਨਾਂ ਦੇ ਕਿਸੇ ਦੇ 4-4 ਚੰਦਰਮਾ ਵੀ ਨੇ, ਕਿਸੇ ਦਾ ਇੱਕ ਵੀ ਨਹੀਂ ਹੈ। ਤੇ ਕੇਵਲ ਇਹ ਸੂਰਜ ਮੰਡਲ ਨਹੀਂ, ਕਿੰਨੇ ਸੂਰਜ ਮੰਡਲ ਜਿਨ੍ਹਾਂ ਦੇ ਚੰਦਰਮਾ ਹੋਣਗੇ। ਕਿੰਨੇ ਇਸ ਤਰ੍ਹਾਂ ਦੇ ਸੂਰਜ ਹੋਰ ਨੇ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼। ਕਿੰਨੇ ਕੁ ਦੇਸ਼, ਕਿੰਨੇ ਕੁ ਮੰਡਲ, ਕਿੰਨੇ ਕੁ ਖੰਡ, ਕਿੰਨੀਆਂ ਕੁ ਧਰਤੀਆਂ ਹਨ। ਗਿਆਨ ਦਾ ਅੰਤ ਨਹੀਂ, ਗਿਆਨ ਅਨੰਤ ਹੈ, ਵਿਕਾਸ ਕਰਨਾ ਹੈ। ਕਿੰਨਾ ਕੁਛ ਫੈਲਿਆ ਹੋਇਆ ਹੈ। ਕੇਤੇ ਸਿੱਧ ਬੁੱਧਨਾਥ ਕੇਤੇ, ਕੇਤੇ ਦੇਵੀ ਵੇਸ। ਕਿੰਨੇ ਪੁੱਗੇ ਹੋਏ ਸਿੱਧ, ਕਿੰਨੇ ਬੁੱਧ ਬੁੱਧੀਮਾਨ ਲੋਕ, ਕਿੰਨੇ ਹੀ ਨਾਥ, ਕਿੰਨੇ ਹੀ ਧਰਤੀ ਤੇ ਧਰਮ ਦੇ ਨਾਂ ਤੇ ਆਗੂ ਬਣੇ ਹੋਏ ਨੇ। ਕੋਈ ਉਹਨਾਂ ਦੇ ਜੀਵਨ ਨੂੰ ਦੇਖਣਾ ਸ਼ੁਰੂ ਕਰ ਦੇ, ਕਿੰਨਾ ਕੁਛ ਮਿਲ ਜਾਂਦਾ ਹੈ। ਕੇਤੇ ਦੇਵੀ ਵੇਸ। ਇੱਥੇ ਇਹ ਗੱਲ ਨਹੀਂ ਕਿ ਵਿਸ਼ੇਸ਼ ਕਿਸੇ ਗੱਲ ਦੀ ਚੱਲ ਰਹੀ ਹੈ, ਭਾਵ ਵੈਲਿਊ ਹੀ ਨਹੀਂ, ਅਨੰਤ ਹੈ ਹਰ ਚੀਜ਼। ਇਹ ਨਹੀਂ ਕਿ ਇਹ ਵਿਸ਼ੇਸ਼ ਸ਼ਕਤੀ ਹੈ, ਕਹਿਣ ਲੱਗੇ ਇੱਥੇ ਤੇ ਅਨੰਤੀ ਸ਼ਕਤੀਆਂ ਨੇ, ਅਨੰਤੀ ਦੇਵੀਆਂ ਦੇ ਵੇਸ ਹਨ। ਕੇਤੇ ਦੇਵਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ। ਕਿੰਨੇ ਹੀ ਦੈਵੀ ਗੁਣਾਂ ਵਾਲੇ ਦੇਵ, ਕਿੰਨੇ ਰਾਕਸ਼ ਬਿਰਤੀਆਂ ਵਾਲੇ ਲੋਕ, ਕਿੰਨੇ ਹੀ ਐਸੇ ਚੁੱਪ ਰਹਿਣ ਵਾਲੇ ਮੁਨੀ, ਕਿੰਨੇ ਹੀ ਰਤਨ, ਕਿੰਨੇ ਹੀ ਸਮੁੰਦਰ, ਸਮੁੰਦਰਾਂ ਵਿੱਚ ਖਜ਼ਾਨੇ। ਅਨੰਤ ਫੈਲਿਆ ਹੋਇਆ ਵਿਕਾਸ ਹੈ ਗਿਆਨ ਦਾ। ਕੋਈ ਕਿਸੇ ਵੀ ਸਬਜੈਕਟ ਨੂੰ ਲੈ ਕੇ ਤੁਰ ਪਵੇ, ਗਿਆਨ ਮੁੱਕਣ 'ਚ ਨਹੀਂ ਆਉਂਦਾ। ਕੇਤੀਆਂ ਖਾਣੀ ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ। ਚਾਰ ਹੀ ਖਾਣੀਆਂ ਥੋੜੇ ਉਤਪੱਤੀ ਦੀਆਂ। ਜਗਤ ਦੀ ਉਤਪੱਤੀ ਦੇ ਕਿੰਨੇ ਹੀ ਸਾਧਨ ਨੇ, ਕਿੰਨੀਆਂ ਹੀ ਖਾਣੀਆਂ ਹਨ। ਚਾਰ ਹੀ ਬਾਣੀਆਂ ਥੋੜੇ ਨੇ। ਅੰਡਰ ਜੇਰਸ ਸੇਤਜ ਉਤਪਤ ਚਾਰ ਖਾਣੀਆਂ ਹੀ ਨਹੀਂ। ਬੈਖਰੀ ਮਧਮਾ ਪਸੰਤੀ ਪਰਾ ਕੇਵਲ ਚਾਰ ਹੀ ਬਾਣੀਆਂ ਨਹੀਂ, ਅਨੇਕਾਂ ਹੀ ਬਾਣੀਆਂ, ਅਨੇਕਾਂ ਕਿਸਮਾਂ ਦੇ ਬੋਲ ਨੇ। ਕੇਤੇ ਪਾਤ ਨਰਿੰਦ। ਕਿੰਨੇ ਹੀ ਇੱਜ਼ਤ ਵਾਲੇ, ਕਿੰਨੇ ਹੀ ਪਾਤਸ਼ਾਹ, ਕਿੰਨੇ ਹੀ ਨਰਿੰਦ, ਨਰ ਇੰਦ ਰਾਜੇ। ਇੱਕ ਨਹੀਂ,
हज़ारां किस्मां दे राजे होए, धर्मी भी होए, जालम भी होए, किन्नियां तरह दे ने। केतियां सुरती सेवक केते, नानक अंत ना अंत। मनुख ज्ञान की अवस्था ते कदम रखे, समझ पै जाती है केतियां सुरती, किन्नियां तरह की सुरत, किन्नियां तरह की सोझी है। किसी नूं किसी सबजैक्ट की सोझी है, किसी नूं किसी सबजैक्ट की सुरत है। सेवक केते, किन्ने ही सेवक ने, कोई किसी सबजैक्ट का सेवक है, कोई किसी शक्ति का सेवक बनया बैठा है, कोई किसी चीज़ के अधीन होया बैठा है, कोई किसी अपने मानसिक गुण या अवगुण के अधीन होकर सेवक बनया बैठा है। हर कोई किसी पिछे लग्या तुरा फिरदा है। केते सेवक किन्ने ही हैं, केतियां सुरती सेवक केते, नानक अंत ना अंत। हे नानक, इन्ना ज्ञान का पसार है, अंत ही नहीं है। ऐ सिखा, तू गुणां नूं धारण करके शुभ गुणां का ज्ञान लैके सचियार तक किवें पहुँचने, उहदे लई तैनूं शुभ गुणां का ज्ञानमन होना बहुत जरूरी है। इस दूजी अवस्था तो बाद फिर तीजी चौथी करदियां करदियां पंजवीं अवस्था तेरी सचियार दी बन जाएगी। होइयां भुल्लां खिमा। फतेह बुलाओ जी। वाहिगुरू जी का खालसा, वाहिगुरू जी की फतेह।